तो इस वेले जिस प्रदर्शनी के सामने मैं खलोता आ, ये बड़ी इंट्रस्टिंग जी प्रदर्शनी है क्योंकि इत्थे जिहड़ी चीज़ लिखी आ वो तुहानूं भी बड़ी इंट्रस्टिंग लगनी है। इत्थे लिखिया होया वा एक अखरी चुन्नी नाल एक मनपसंद किताब मुफ्त पाओ। ਇਹਦਾ ਕੀ ਕਾਰਨ ਆ, ਇਹਦੀ ਕੀ ਕਹਾਣੀ ਆ, ਆਪਾਂ ਅੰਦਰ ਜਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਲਗਾਉਂਦੇ ਆ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ? ਵਧੀਆ ਜੀ। ਤੁਹਾਡਾ ਨਾਮ ਕੀ ਆ ਤੇ ਤੁਸੀਂ ਇੱਥੇ ਪ੍ਰਦਰਸ਼ਨੀ ਲਗਾਉਂਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਸਰ ਮੇਰਾ ਨਾਮ ਸੀਤਾ ਹੈ ਜੀ। ਪ੍ਰਦਰਸ਼ਨੀ ਲਾਉਂਦੇ ਨੂੰ ਸਾਨੂੰ 2 ਦਿਨ ਹੀ ਹੋਏ ਨੇ ਜੀ ਅਜੇ। ਅੱਛਾ ਜੀ। ਤੇ ਅਸੀਂ ਪੰਜਾਬੀ ਵਿਭਾਗ ਦੇ ਸਟੂਡੈਂਟ ਆ ਜੀ, ਖੁਜਾਰਥੀ ਹਾਂ, ਐਮਫਿਲ ਕਰ ਰਹੇ ਹਾਂ ਦੋਨੇ। ਇਹ ਰਮਨਦੀਪ ਕੌਰ ਨੇ, ਮੇਰਾ ਨਾਮ ਸੀਤਾ ਜੀ। ਇਹ ਸਾਡੇ ਵਿਭਾਗ ਦੇ ਮੈਡਮ ਨੇ ਜੀ, ਜਿਨ੍ਹਾਂ ਨੇ ਸਾਡਾ ਹੁਣੇ ਤੋਹਫਾ ਲਿੱਤਾ, ਸਟਾਲ ਲਿਆ ਜੀ ਇਹਨਾਂ ਨੇ। ਤੇ ਬੜੀ ਇੰਟਰਸਟਿੰਗ ਜੀ ਗੱਲ ਜਿਹੜੀ ਮੈਂ ਦੇਖਿਆ ਤੁਹਾਡੇ ਸਟਾਲ ਦੇ ਬਾਹਰ, ਜਿਹੜੀ ਮੈਂ ਕਿਸੇ ਹੋਰ ਸਟਾਲ ਦੇ ਬਾਹਰ ਨਹੀਂ ਦੇਖੀ ਕਿ ਤੁਸੀਂ ਚੁੰਨੀਆਂ ਦੇ ਨਾਲ ਇੱਕ ਕਿਤਾਬ ਮੁਫਤ ਦਿੰਦੇ ਪਏ ਹੋ। ਉਹਦਾ ਕਾਰਨ, ਇਹਦਾ ਆਈਡੀਆ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ? ਸਰ ਸਾਨੂੰ ਇਹ ਲੱਗਿਆ ਵੀ ਕਿਤੇ ਨਾ ਕਿਤੇ ਵੀ ਜਿਹੜੀ ਮਾਤ ਭਾਸ਼ਾ ਨੂੰ ਬਚਾਉਣ ਲਈ ਅਸੀਂ ਲਿਖਤ ਦੇ ਰਹੇ ਨਾਲ ਤੁਹਾਨੂੰ ਜੀ, ਵੀ ਬੱਚੇ ਜੁੜੇ ਰਹਿਣ ਕਿਤੇ ਨਾ ਕਿਤੇ ਇਹਦੇ ਨਾਲ ਜੀ। ਤੇ ਇਸ ਕਰਕੇ ਸਾਨੂੰ ਇਹ ਆਈਡੀਆ ਸਾਡੇ ਵਿਭਾਗ ਦੇ ਟੀਚਰਾਂ ਤੋਂ ਹੀ ਮਿਲਿਆ ਸਾਨੂੰ, ਉਹਨਾਂ ਜੀ ਡਾਕਟਰ ਸੁਰਜੀਤ ਸਰ ਨੇ ਦਿੱਤਾ ਸਾਨੂੰ ਇਹ ਆਈਡੀਆ ਵੀ ਤੁਸੀਂ ਕਿਤੇ ਨਾ ਕਿਤੇ ਜਿਹੜੀ ਚੁੰਨੀ ਦੇ ਨਾਲ ਇੱਕ ਕਿਤਾਬ ਜ਼ਰੂਰ ਦਿਓ, ਤੇ ਅਸੀਂ ਇਹ ਦੇ ਰਹੇ ਹਾਂ ਜੀ ਇਸ ਕਰਕੇ। ਤੇ ਇਹ ਜਿਹੜੀਆਂ ਚੁੰਨੀਆਂ ਹੈਗੀਆਂ ਇਹ ਤੁਸੀਂ ਸਾਰੇ ਸਟੂਡੈਂਟਸ ਨੇ ਰਲ ਮਿਲ ਕੇ ਹੀ ਬਣਾਈਆਂ ਨੇ? ਨਹੀਂ, ਦੋਨਾਂ ਨੇ ਅਸੀਂ ਰਲ ਕੇ ਬਣਾਈਆਂ ਨੇ ਜੀ। ਤੁਸੀਂ ਦੋਵਾਂ ਨੇ ਬਣਾਈਆਂ? ਹਾਂਜੀ ਸਰ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਤੁਹਾਡੇ ਇੱਥੇ ਵਿਜ਼ਿਟ ਕਰਨ ਆਉਂਦੇ ਉਹਨਾਂ ਨੂੰ ਤੁਹਾਡਾ ਕੰਮ ਕਿਵੇਂ ਦਾ ਲੱਗ ਰਿਹਾ, ਪਸੰਦ ਆ ਰਿਹਾ? ਸਰ ਬਹੁਤ ਸਾਨੂੰ ਪ੍ਰਸ਼ੰਸਾ ਵੀ ਮਿਲੀ ਹੈ, ਸਾਡਾ ਕੰਮ ਬਹੁਤ ਪਸੰਦ ਵੀ ਆ ਰਿਹਾ ਤੇ ਸਾਨੂੰ ਨਵੇਂ ਸੁਝਾਅ ਵੀ ਮਿਲ ਰਹੇ ਨੇ ਨਾ ਵੀ ਇਸ ਕੰਮ ਨੂੰ ਕਿਵੇਂ ਕਰਿਆ ਜਾਵੇ ਵਧੀਆ ਤਰੀਕੇ ਨਾਲ ਜੀ। ਪਰ ਮਾਤ ਭਾਸ਼ਾ ਲਈ ਸਾਡੇ ਕੋਲ ਸ਼ਬਦ ਨਹੀਂ ਹੈਗੇ ਨਾ ਵੀ ਇਹਨਾਂ ਨੂੰ ਅਸੀਂ ਕਿਵੇਂ ਕਹਿ ਸਕੀਏ ਵੀ ਇਹ ਐਵੇਂ ਸਮੇਟੇ ਜਾ ਸਕਦੇ ਨੇ। ਪਰ ਅਸੀਂ ਮਾਤ ਭਾਸ਼ਾ ਨੂੰ ਬਚਾਉਣ ਲਈ ਇਹ ਸਭ ਤੋਂ ਵੱਡਾ ਉਪਰਾਲਾ ਕਰਿਆ ਜੀ। ਇਹ ਪਹਿਲੀ ਵਾਰ ਸਾਡੀ ਜਿਹੜੀ ਸਟਾਲ ਲੱਗੀ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਜੀ। ਤੁਹਾਡੀ ਸਟਾਲ ਪਹਿਲੀ ਵਾਰੀ ਲੱਗੀ ਤਾਂ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਵਾ? ਤੇ ਤੁਸੀਂ ਜਿਹੜੀ ਨਾਲ ਕਿਤਾਬਾਂ ਦੇ ਰਹੇ ਹੋ ਉਹ ਕਿਤਾਬਾਂ ਕਿਹੜੇ ਜਨਰ ਦੀ ਹੈਗੀ ਆ? ਸਰ ਇਹ ਸਾਹਿਤ ਨਾਲ ਜੁੜੀਆਂ ਹੋਈਆਂ ਕਿਤਾਬਾਂ ਨੇ, ਵਿਦਿਆਰਥੀ ਨੂੰ ਆਪਾਂ ਲਿਟਰੇਚਰ ਨਾਲ ਕਿਵੇਂ ਜੋੜ ਕੇ ਰੱਖਣਾ ਜੀ, ਉਹ ਕਿਤਾਬਾਂ ਦੇ ਰਹੇ ਹਾਂ ਆਪਾਂ ਜੀ। ਕਿਤੇ ਨਾ ਕਿਤੇ ਮਤਲਬ ਵੀ ਇਹ ਅਸੀਂ ਜਿਹੜਾ ਯੂਨੀਵਰਸਿਟੀ 'ਚ ਪ੍ਰੋਫੈਸਰਾਂ ਦਾ ਯੋਗਦਾਨ ਹੋਣ ਕਰਕੇ ਅਸੀਂ ਇਹ ਜਿਹੜੀ ਸਟਾਲ ਲਾਈ ਆ। ਤੇ ਕਿਤੇ ਅਸੀਂ ਨਾਲ ਜਿਹੜੇ ਮੌਸਮ ਨੂੰ ਵਿਭਾਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਟਾਲ ਵੀ ਲਾਏ ਨੇ ਨਾ। ਤੇ ਗੁਰਮੁਖੀ ਅੱਖਰਾਂ ਦੇ ਨਾਲ ਅਸੀਂ ਫੱਟੀਆਂ ਦਾ ਜਿਹੜਾ ਪ੍ਰੋਗਰਾਮ ਵੀ ਕਰਿਆ, ਵਿਦਿਆਰਥੀਆਂ ਨੂੰ ਪੁਰਾਣੀ ਪਰੰਪਰਾ ਨਾਲ ਕਿਵੇਂ ਜੋੜ ਕੇ ਰੱਖਣਾ ਨਾ, ਤੇ ਉਹਦਾ ਸਾਰਾ ਕੁਝ ਅਸੀਂ ਧਿਆਨ ਵਿੱਚ ਰੱਖਦੇ ਹੋਏ, ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਕੰਮ ਸ਼ੁਰੂ ਕਰਿਆ ਜੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕੀ ਕਿਤਾਬਾਂ ਦੇ ਵਿੱਚ ਉਹਨਾਂ ਦਾ ਰੁਝਾਨ ਘੱਟ ਗਿਆ ਵਾ, ਮੋਬਾਈਲ ਫੋਨਸ ਦੇ ਵਿੱਚ ਉਹ ਜ਼ਿਆਦਾ ਆਪਣੇ ਇਨਵੋਲਵ ਰਹਿੰਦੇ ਆ। ਤੁਹਾਨੂੰ ਕੀ ਲੱਗਦਾ ਮੋਬਾਈਲ ਫੋਨ ਦਾ ਕੰਪੈਰੀਜ਼ਨ ਤੇ ਬੁੱਕ ਦਾ ਕੰਪੈਰੀਜ਼ਨ ਕਿੱਥੇ ਤੱਕ? ਫਰਕ ਹੈ ਜੀ, ਬਹੁਤ ਫਰਕ ਹੈ। ਤੁਹਾਨੂੰ ਫਰਕ ਲੱਗਦਾ ਵਾ? ਹਾਂਜੀ, ਪਰ ਗੱਲ ਇਹ ਹੈਗੀ ਕਿ ਲੋਕਾਂ ਨੂੰ ਇਹ ਲੱਗਦਾ, ਮਤਲਬ ਕਿ ਪਤਾ ਗੱਲ ਕੀ ਹੈ, ਸਮਝਾਉਣਾ ਬੜਾ ਕਹਿ ਲਓ ਕਿ ਮੁਸ਼ਕਿਲ ਵੀ ਹੁੰਦਾ ਹੈ, ਜੇ ਕੋਈ ਮਤਲਬ ਸਮਝਣਾ ਚਾਹਵੇ ਤਾਂ ਸੌਖਾ ਵੀ ਹੈ। ਹੁਣ ਜਿੱਦਾਂ ਕਿ ਅਸੀਂ ਬਹੁਤਾ ਦੇਖਿਆ ਹੈ ਕਿ ਜਿਹੜੇ ਸਾਡੇ ਵਰਗੀ ਜਨਰੇਸ਼ਨ ਹੈ ਉਹਨਾਂ ਦਾ ਇੰਟਰਸਟ ਘੱਟ ਲੱਗਦਾ ਹੈ, ਬਟ ਜਦੋਂ ਆਉਂਦੇ ਆਂਗੇ ਹੈ ਨਾ ਤਾਂ ਦਿਖਾਉਂਦੇ ਆ ਕਿ ਹਾਂ ਵੀ ਕੁਛ ਹੈਗਾ ਹੈ ਨਾ, ਕਿ ਆਪਣੀ ਗੁਰਮੁਖੀ ਦੀ ਵਰਨਮਾਲਾ ਦੇ ਅੱਖਰ ਹੈਗੇ ਆ। ਤਾਂ ਗੱਲ ਇਹ ਹੈਗੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੁੱਕਸ ਤਾਂ ਅਸੀਂ ਫੋਨ ਦੇ ਉੱਪਰੋਂ ਪੜ੍ਹ ਲਾਂਗੇ। ਅਸੀਂ ਖੁਦ ਇਹ ਚੀਜ਼ ਦੇਖੀ ਹੈਗੀ ਕਿ ਉਹਨਾਂ ਨੂੰ ਮਤਲਬ ਕਿ ਇਹ ਚੀਜ਼ ਬਾਰੇ ਇੰਟਰਸਟ ਘੱਟਦਾ ਜਾ ਰਿਹਾ ਹੈਗਾ ਵੀ ਚਲੋ ਕੋਈ ਨਹੀਂ ਪੰਜਾਬੀ ਆ ਹੈ ਨਾ। ਲੋਕਾਂ ਨੂੰ ਇਹ ਵੀ ਲੱਗਦਾ ਹੁੰਦਾ ਕਿ ਅਸੀਂ ਪੰਜਾਬੀ ਬੋਲ ਰਹੇ ਹਾਂ ਅਤੇ ਮਤਲਬ ਕੀ ਲੱਗਦਾ ਹੈ ਬੋਲਣ 'ਚ ਉਹਨਾਂ ਨੂੰ ਝਿਜਕ ਮਹਿਸੂਸ ਹੁੰਦੀ ਹੈ ਕਿ ਅਸੀਂ ਪੰਜਾਬੀ ਬੋਲ ਰਹੇ ਹਾਂ ਅਤੇ ਲੋਕਾਂ ਨੂੰ ਤਾਂ ਮਤਲਬ ਕਿ ਚੀਜ਼ ਦਾ ਥਾਂ ਹੀ ਨਹੀਂ ਹੋਣੀ ਕਿ ਅਸੀਂ ਪੜ੍ਹੇ ਲਿਖੇ ਹਾਂ। ਉਹਨਾਂ ਨੂੰ ਆਪਣੀ ਗੱਲਬਾਤ ਨਾ ਇੰਗਲਿਸ਼ ਦੇ ਵਿੱਚ, ਹਿੰਦੀ ਦੇ ਵਿੱਚ ਕਰਨ 'ਚ ਉਹਨਾਂ ਨੂੰ ਲੱਗਦਾ ਕਿ ਅਸੀਂ ਫਿਰ ਲੱਗਾਂਗੇ ਹਾਂ ਅਸੀਂ ਪੜ੍ਹੇ ਹੋਏ ਹਾਂ, ਅਸੀਂ MA ਜਾਂ ਅਸੀਂ MPhil PhD ਆਂਗੇ। ਦੂਸਰੀ ਗੱਲ ਇਹ ਜਿਹੜੀ ਤੁਸੀਂ ਕਿਹਾ ਕਿ ਬੁੱਕਸ ਦੇ ਵਿੱਚ ਜਾਂ ਤੁਸੀਂ ਫੋਨ ਦੇ ਵਿੱਚ ਗੱਲ ਕਰ ਰਹੇ ਸੀਗੇ, ਉੱਥੇ ਇਹ ਹੈ ਕਿ ਲੋਕਾਂ ਨੂੰ ਲੱਗਦਾ ਕਿ ਇਹਦਾ ਕੀ ਹੈ, ਨਾਵਲ ਹੈ, ਅਸੀਂ ਆਪਣੇ ਫੋਨ 'ਚ PDF ਡਾਊਨਲੋਡ ਕੀਤੀ ਅਤੇ ਪੜ੍ਹ ਲਾਂਗੇ। ਪਰ ਸਾਡਾ ਇਹ ਇੱਥੇ ਦੁਕਾਨ ਆਪਣਾ ਸਟਾਲ ਲਾਉਣ ਦਾ ਮਤਲਬ ਇਹੀ ਸੀਗਾ ਕਿ ਲੋਕ ਅੱਖਰਾਂ ਨਾਲ ਵੀ ਜੁੜਨ ਅਤੇ ਅੱਖਰਾਂ ਤੋਂ ਬਣੇ ਆਪਣੇ ਜਿਹੜੇ ਸਾਹਿਤ ਹੈਗਾ ਉਹਨਾਂ ਨਾਲ ਵੀ ਜੁੜਨ। ਸੋ ਇਸੇ ਲਈ ਆਪਾਂ ਨੇ ਇੱਕ ਦੁਪੱਟੇ ਦੇ ਨਾਲ ਮਤਲਬ ਕਿ ਚਲੋ ਇਹ ਜਿਹੜਾ ਕਹਿ ਲਓ ਕਿ ਤਰੀਕਾ ਦੱਸਣ ਦਾ ਤਾਂ ਆਪਣੇ ਜਿਹੜੇ ਪੰਜਾਬੀ ਡਿਪਾਰਟਮੈਂਟ ਦੇ ਜਿਹੜੇ ਸਾਬਕਾ ਮੁਖੀ ਸੀਗੇ ਡਾਕਟਰ ਸੁਰਜੀਤ ਸਿੰਘ, ਉਹਨਾਂ ਨੇ ਦਿੱਤਾ ਸੀਗਾ ਕਿ ਤੁਸੀਂ ਇੱਕ ਚੁੰਨੀ ਦੇ ਨਾਲ ਇੱਕ ਕਿਤਾਬ ਰੱਖੋ ਅਤੇ ਕਮ ਸੇ ਕਮ ਲੋਕ ਨਾਲੇ ਚੁੰਨੀ ਨਾਲ ਜੁੜਨਗੇ, ਨਾਲੇ ਤੁਹਾਡੇ ਲਿਟਰੇਚਰ ਨਾਲ ਜੁੜਨਗੇ। ਸੋ ਸਾਡਾ ਤਾਂ ਮਕਸਦ ਇਹ ਹੈ ਕਿ ਆਪਣੀ ਮਾਂ ਬੋਲੀ ਨੂੰ ਅੱਗੇ ਪ੍ਰਸਾਰਿਤ ਕਰੀਏ, ਵੱਧ ਤੋਂ ਵੱਧ ਪ੍ਰਸਾਰਿਤ ਕਰੀਏ। ਅਤੇ ਬਹੁਤ ਸੋਹਣਾ ਲੱਗਦਾ ਤੁਹਾਨੂੰ ਵੀ ਇੱਦਾਂ ਮਾਂ ਬੋਲੀ ਦੇ ਊੜੇ ਆੜੇ ਦੇ ਅੱਖਰ ਆਪਣੇ ਉੱਤੇ ਮਾਣ ਨਾਲ ਰੱਖਦੇ ਹੋਏ। ਇਹ ਨਿੱਘ ਦੇ ਰਹੀ ਹੈ ਜੀ ਸਾਨੂੰ, ਇਹ ਨਿੱਘ ਦੇ ਰਹੀ, ਜਿੱਦਾਂ ਮਾਂ ਨਾ ਆਪਣੇ ਬੱਚੇ ਨੂੰ ਨਿੱਘ ਦਿੰਦੀ ਹੈ ਨਾ ਆਪਣੀ ਕੁੱਛੜ ਦੇ ਵਿੱਚ ਲੈ ਕੇ, ਇਸ ਤਰੀਕੇ ਨਾਲ ਸਾਨੂੰ ਚੁੰਨੀ ਲਈ ਹੋਈ ਵੀ ਇਹ ਲੱਗਦਾ ਹੈ ਕਿ ਸਾਨੂੰ ਨਿੱਘ ਮਿਲ ਰਿਹਾ ਆਪਣੀ ਮਾਂ ਬੋਲੀ ਦਾ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜਿਹੜਾ ਕੰਮ ਕਰਦੇ ਪਏ ਹੋ ਬਹੁਤ ਸੋਹਣਾ ਕੰਮ ਆ। ਅਤੇ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਹਨਾਂ ਦਾ ਕੰਮ ਜਿਹੜਾ ਇੱਥੇ ਹੋ ਰਿਹਾ, ਤੁਸੀਂ ਇਸ ਕੰਮ ਨੂੰ ਕਿੱਦਾਂ ਦੇਖਦੇ ਹੋ? ਮੇਰਾ ਆਪਣਾ ਸਬਜੈਕਟ ਹੀ ਪੰਜਾਬੀ ਆ ਔਰ ਮੈਂ ਮਾਂ ਬੋਲੀ ਦੀ ਹੀ ਸੇਵਾ ਕਰਦੀ ਰਹੀ ਹੈ ਸਾਰੀ ਜ਼ਿੰਦਗੀ। ਕਾਲਜ 'ਚ ਵੀ ਪੜ੍ਹਾਇਆ, ਸਕੂਲ 'ਚ ਵੀ ਪੜ੍ਹਾਇਆ, ਅਤੇ ਉੱਥੋਂ ਹੁਣ ਰਿਟਾਇਰ ਹੋਣ ਤੋਂ ਬਾਅਦ ਜਦੋਂ ਮੈਂ ਆਈ ਤਾਂ ਸਭ ਤੋਂ ਪਹਿਲਾਂ ਸਟਾਲ ਹੀ ਮੈਨੂੰ ਇਹ ਦਿਸਿਆ। ਮਤਲਬ ਦੇਖਣ ਕਿਤਾਬਾਂ ਆਈ ਸੀ, ਲੇਕਿਨ ਜਦੋਂ ਮੈਨੂੰ ਊੜਾ ਆੜਾ ਦਿਸਿਆ ਅਤੇ ਮੈਨੂੰ ਅੰਦਰੋਂ ਖਿੱਚ ਪੈ ਗਈ ਗੁਰੂ ਨਾਨਕ ਪਾਤਸ਼ਾਹ ਦੀ ਕਿ 35 ਉਹਨਾਂ ਨੇ ਅੱਖਰ ਸੱਸੇ, ਉਹਨਾਂ ਨੇ ਸੱਸੇ ਤੋਂ ਸ਼ੁਰੂ ਕੀਤੀ ਸੀ, ਸੱਸਾ ਸਿਸ ਜਿਨ ਸਾਜੀ
ਸਭਨਾ ਸਾਹਿਬ ਏਕ ਪਿਆ ਤੋਂ ਬਾਣੀ ਸ਼ੁਰੂ ਕੀਤੀ ਸੀ ਤੇ ਗੁਰੂ ਅੰਗਦ ਦੇਵ ਜੀ ਨੇ ਫਿਰ ਊੜੇ ਵਾਲੇ ਤੋਂ ਉਹਨੂੰ ਕੀਤਾ ਸੀਗਾ। ਲੇਕਿਨ ਇਹਨਾਂ ਕੋਲ ਅੱਜ ਉਹ ਦੁਪੱਟਾ ਹੈ ਨਹੀਂ ਸ਼ਰਫ ਦਾ, ਫਿਰੋਜ਼ਦੀਨ ਸ਼ਰਫ ਦਾ, ਤੇ ਉਹ ਬੜਾ ਹੀ ਸੋਹਣਾ ਦੁਪੱਟਾ ਸੀ। ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ, ਬੜੀ ਸੋਹਣੀ ਉਹਨਾਂ ਨੇ ਸਾਰੀ ਕਵਿਤਾ ਲਿਖੀ ਤੇ ਮੈਨੂੰ ਬੜਾ ਵਧੀਆ ਲੱਗਿਆ। ਤੇ ਇਹਨਾਂ ਨੂੰ ਮੈਂ ਸੁਜੈਸ਼ਨਸ ਵੀ ਦੇ ਕੇ ਗਈ ਸੀ, ਕੱਲ ਵੀ ਆਈ ਸੀ ਤੇ ਅੱਜ ਫਿਰ, ਕਿਉਂਕਿ ਪੰਜਾਬੀ ਮਾਂ ਬੋਲੀ ਨਾਲ ਲਿਖਿਆ ਹੋਇਆ ਸੀ ਤੇ ਮੈਂ ਕਿਹਾ ਇੱਕ ਵਾਰੀ ਫਿਰ ਜਾਵਾਂ ਕਿ ਇਹਨਾਂ ਨੇ ਕੁਝ ਨਵਾਂ ਵੀ ਕੀਤਾ ਕਿ ਉਹੀ ਹੈ, ਪਰ ਉਹ ਹੈ ਉਹੀ ਹੈ। ਲੇਕਿਨ ਲੋਕ ਕਾਫੀ ਇਹਨਾਂ ਦੀ ਦੁਕਾਨ ਤੇ ਆ ਰਹੇ ਆ ਔਰ ਪੰਜਾਬੀ ਵੱਲ ਖਿੱਚੇ ਜਾ ਰਹੇ। ਲੇਕਿਨ ਲੋਕਾਂ ਨੂੰ ਮੇਨ ਇਹ ਹੈ ਕਿਉਂਕਿ ਇੱਥੇ ਥਾਂ ਥਾਂ ਤੇ ਕਹਿੰਦੇ ਜਿੱਥੇ ਵੀ ਦੇਖੋ ਕਿ ਅੰਗਰੇਜ਼ੀ ਸਕੂਲ ਖੁੱਲ੍ਹ ਗਏ ਆ। ਲੋਕਾਂ ਨੂੰ ਮੋਬਾਈਲ ਵੀ ਆਪਣੇ ਪੰਜਾਬੀ 'ਚ ਨਹੀਂ ਬੋਲਣੇ ਆਉਂਦੇ, ਜਾਂ ਕੋਈ ਫੀਡ ਕਰਵਾਉਣਾ ਕਿਸੇ ਨੇ ਤਾਂ ਉਹ ਵੀ ਕਹਿਣਗੇ ਕਿ ਪੰਜਾਬੀ 'ਚ ਨਹੀਂ, ਸਾਨੂੰ ਅੰਗਰੇਜ਼ੀ 'ਚ ਦੱਸੋ। ਹੁਣ ਵੀ ਮੈਂ ਕਈਆਂ ਦੁਕਾਨਦਾਰਾਂ ਨੂੰ ਵੀ ਜਦੋਂ ਮੈਂ ਆਪਣਾ ਪੰਜਾਬੀ 'ਚ ਨੰਬਰ ਦੇਣ ਲੱਗੀ ਤਾਂ ਕਹਿੰਦੇ ਜੀ ਇੰਗਲਿਸ਼ 'ਚ ਬੋਲ ਦਿਓ। ਜਾਂ ਕੋਈ ਸਟੂਡੈਂਟ ਇੱਕ ਨੇ ਉਰਦੂ ਸਿੱਖਣੀ ਸੀ, ਉਹਨਾਂ ਨੂੰ ਮੈਂ ਸਰਦਾਰ ਜਗਤਾਰ ਸਿੰਘ ਸੋਖੀ ਪੰਜਾਬੀ ਦੇ ਆ ਸਾਡੇ, ਤੇ ਉਹਨਾਂ ਨਾਲ ਜੋੜਿਆ। ਮੈਂ ਕਿਹਾ ਉਰਦੂ ਵੀ ਸਿਖਾਉਂਦੇ ਨੇ ਤੇ ਪੰਜਾਬੀ ਦੇ ਮਾਂ ਬੋਲੀ ਦੀ ਬਹੁਤ ਸੇਵਾ ਕਰਦੇ ਅੱਜ ਕੱਲ੍ਹ ਕਬਰ ਬੱਚਾ ਹੈਗੇ। ਤੇ ਇਹਨਾਂ ਦਾ ਕੰਮ ਮੈਨੂੰ ਬਹੁਤ ਪਸੰਦ ਹੈ। ਮੈਂ ਇਸ ਗੱਲੋਂ ਪ੍ਰਸ਼ੰਸਾ ਕੱਲ੍ਹ ਵੀ ਕਰਕੇ ਗਈ, ਅੱਜ ਵੀ ਮੈਂ ਸਿਰਫ ਇਹਨਾਂ ਦੀ ਪ੍ਰਸ਼ੰਸਾ ਵਾਸਤੇ ਆਈ ਸੀ ਕਿ ਬੇਟਾ ਇਸ ਕੰਮ ਨੂੰ ਛੱਡਣਾ ਨਹੀਂ, ਅਗਾਂਹ ਹੀ ਵਧਾਉਣਾ ਹੈਗਾ। ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਪੰਜਾਬੀ ਪੜ੍ਹਾਉਂਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ? ਮੈਂ 29 ਫਰਵਰੀ 2020 ਨੂੰ ਰਿਟਾਇਰ ਹੋ ਚੁੱਕੀ ਹਾਂ ਤੇ ਸਾਰੀ ਜ਼ਿੰਦਗੀ ਪੰਜਾਬੀ, ਮਤਲਬ ਮੈਰਿਜ ਤੋਂ ਪਹਿਲਾਂ ਹੀ BA ਗਿਆਨੀ MA ਕਲਾਸਾਂ ਵੀ ਪੰਜਾਬੀ ਦੀਆਂ ਮੈਂ ਪੜ੍ਹਾਈਆਂ। ਈਵਨ ਕਿ ਇੱਕ ਬੱਚਾ ਮੇਰੇ ਕੋਲ B.Ed ਦਾ ਵੀ ਸੀਗਾ। ਤੇ ਮੈਰਿਜ ਤੋਂ ਬਾਅਦ ਜਦੋਂ ਮੈਨੂੰ ਗਵਰਨਮੈਂਟ ਜੌਬ ਮਿਲੀ ਤਾਂ ਮੈਂ ਫਿਰ 6ਵੀਂ ਤੋਂ 12ਵੀਂ ਕਲਾਸ ਤੱਕ ਹਿਸਟਰੀ ਵੀ 1 ਸਾਲ ਪੜ੍ਹਾਈ ਆ, ਸਿੱਖ ਇਤਿਹਾਸ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸਾਰੀ ਜ਼ਿੰਦਗੀ। ਪਰ ਉੱਥੋਂ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਅਧਿਆਪਕਾਂ ਨੇ ਸਾਨੂੰ ਕਦੀ ਮਾਤਰਾਵਾਂ ਹੀ ਨਹੀਂ ਸੀ ਸਿਖਾਈਆਂ ਕਿ ਜਿਹੜੀਆਂ ਮਾਤਰਾਵਾਂ ਉੱਪਰ ਲਗਾਉਣੀਆਂ ਉਹ ਅੱਖਰ ਨਾਲ ਨਹੀਂ ਟੱਚ ਕਰਦੀਆਂ। ਮੈਂ ਸਪੈਸ਼ਲ ਜੋੜ ਕੇ ਅੱਖਰ ਨਾਲ ਟੱਚ ਕਰਨੀ ਆ। ਜਦੋਂ ਅਸੀਂ ਲਾਮ ਲਾਣੀ, ਦਲਾਵਾਂ ਲਾਣੀਆਂ, ਟਿੱਪੀ ਲਾਣੀ, ਪਤਾ ਹੀ ਨਹੀਂ ਸੀ ਕਿ ਵੀ ਇਹ ਸਾਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਸੀ। ਔਰ ਕਿੰਨੇ ਅੱਖਰਾਂ ਦੀ ਜਿਹੜੀ ਇੰਪਰੂਵਮੈਂਟ ਸੀਗੀ, ਸੁਧਾਰ ਕੀਤਾ ਮੈਂ, ਉਹ MA ਕਰਨ ਤੋਂ ਬਾਅਦ ਆਪਣੀ ਲਿਖਾਈ ਸੁਧਾਰੀ ਸੀ। ਮੈਂ ਕਿਹਾ ਵੀ ਸਾਡੀ ਲਿਖਾਈ ਇੰਨੀ ਗੰਦੀ। ਜਦੋਂ ਮੈਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਗਿਆਨੀ ਕਲਾਸਾਂ ਨੂੰ, MA ਨੂੰ, ਤੇ ਉਹ ਬੱਚਿਆਂ ਦੀ ਲਿਖਾਈ ਸੋਹਣੀ ਦੇਖ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਪੰਜਾਬੀ ਸੁਧਾਰ ਕੀਤਾ ਸੀ। ਔਰ ਕਾਫੀ ਦੇਰ ਉਹ ਕਾਪੀ ਸਾਂਭੇ ਵੀ ਰੱਖੀ, ਸ਼ਾਇਦ ਹੁਣ ਨਾ ਹੋਵੇ। ਤੇ ਬੜੀ ਆਪਾਂ ਹੁਣ ਗੱਲ ਵਾਪਸ ਇੱਥੇ ਤੋਰ ਕੇ ਲੈ ਕੇ ਆਉਂਦੇ ਹਾਂ ਕਿਤਾਬਾਂ ਦੇ, ਕਿਉਂਕਿ ਇੱਥੇ ਪੁਸਤਕ ਮੇਲਾ ਲੱਗਿਆ ਹੋਇਆ। ਕਿਤਾਬ ਦਾ ਰੁਝਾਨ ਤੁਹਾਨੂੰ ਕੀ ਲੱਗਦਾ ਕਿ ਸਮੇਂ ਦੇ ਨਾਲ ਜਿਹੜੇ ਦੂਜੇ ਪੱਖ ਵਾਲੇ ਲੋਕ ਨੇ ਕਹਿੰਦੇ ਕਿ ਹਰ ਇੱਕ ਟੈਕਨੋਲੋਜੀ ਜਦੋਂ ਨਵੀਂ ਆਉਂਦੀ ਆ ਪੁਰਾਣੀ ਨੂੰ ਛੱਡਣਾ ਪੈਂਦਾ ਆ। ਕਿਤਾਬ ਵੀ ਹੁਣ ਪੁਰਾਣੀ ਹੋ ਚੁੱਕੀ ਆ, ਹੁਣ ਉਹਦਾ ਨਵੀਕਰਨ ਆ ਗਿਆ ਵਾ, ਇਲੈਕਟ੍ਰੋਨਿਕ ਡਿਵਾਈਸਿਸ ਆ ਚੁੱਕੇ ਨੇ, ਕਿੰਡਲ ਵਗੈਰਾ ਸਾਰੇ ਲੋਕ ਉੱਥੇ ਪੜ੍ਹਨ ਲੱਗ ਪਏ ਨੇ ਜੀ। ਹੁਣ ਤਾਂ ਈਵਨ ਆਡੀਓ ਬੁੱਕਸ ਵੀ ਆ ਚੁੱਕੀਆਂ ਨੇ ਜਿੱਥੇ ਕਿਤਾਬਾਂ ਵੱਡੇ ਲੇਖਕਾਂ ਦੀ ਤੁਸੀਂ ਸੁਣ ਕੇ ਉਹਨੂੰ ਜਾਣ ਸਕਦੇ ਹੋ, ਉਹਨਾਂ ਦੇ ਵਿਚਾਰਾਂ ਨੂੰ। ਤੁਹਾਨੂੰ ਕੀ ਲੱਗਦਾ ਕਿ ਇਹ ਕਾਗਜ਼ ਕਲਮ ਵਾਲਾ ਜਿਹੜਾ ਕਲਚਰ ਆ ਇਹਦੀ ਕੀ ਅਹਿਮੀਅਤ ਆ? ਨਵੀਂ ਟੈਕਨੋਲੋਜੀ ਆ ਗਈ ਹੈ, ਬਹੁਤ ਵਧੀਆ ਗੱਲ ਆ ਕਿ ਅਸੀਂ ਘਰ ਬੈਠੇ ਮੋਬਾਈਲ ਤੋਂ ਜਾਂ ਹੋਰ ਜਿੰਨੇ ਸਾਧਨ ਆ ਉਹਨਾਂ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਗੂਗਲ ਬਾਬਾ ਤਾਂ ਬਹੁਤ ਹੀ ਮਸ਼ਹੂਰ ਹੋ ਚੁੱਕਿਆ। ਲੇਕਿਨ ਫਾਰ ਐਗਜ਼ਾਮਪਲ ਜੇ ਮੈਂ ਸਭ ਤੋਂ ਵੱਡੀ ਉਦਾਹਰਨ ਦੇਵਾਂਗੀ ਤਾਂ ਗੁਰਬਾਣੀ ਦੀ, ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਉਹ ਵੀ ਨੈੱਟ ਤੋਂ ਹੋ ਜਾਂਦਾ, ਪਰ ਜਿਹੜੀ ਸ਼ਰਧਾ ਤੇ ਸਤਿਕਾਰ ਅਸੀਂ ਪੋਥੀ ਪਰਮੇਸ਼ਰ ਦਾ ਥਾਨ ਉਹ ਲੈ ਕੇ ਬੈਠਾਂਗੇ। ਤੇ ਸਾਨੂੰ ਸਕੂਲ 'ਚ ਵੀ ਇਹੀ ਕਿਹਾ ਜਾਂਦਾ ਸੀ ਕਿ ਸਕੂਲ ਇੱਕ ਮੰਦਿਰ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਹੈ ਨਾ, ਫਿਰ ਤਾਂ ਅਸੀਂ ਮੰਦਿਰ ਬਣਾ ਹੀ ਲਿਆ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਸੀ। ਤੇ ਜੇ ਉਹਨੂੰ ਵੀ ਅਸੀਂ ਮੰਦਿਰ ਸਮਝ ਕੇ ਪੂਜਾਂਗੇ, ਸਮਝਾਂਗੇ, ਪੜ੍ਹਾਂਗੇ, ਉਸ ਮਾਂ ਬੋਲੀ ਤੇ ਜ਼ੋਰ ਦੇਵਾਂਗੇ ਤਾਂ ਸਾਡੇ ਬੱਚੇ ਜਿਹੜੇ ਹਨ ਉਹ ਪੰਜਾਬੀ ਦੀਆਂ ਕਿਤਾਬਾਂ ਨਾਲ ਜੁੜਨਗੇ। ਅਸਲ 'ਚ ਸਾਡੀਆਂ ਮਾਵਾਂ ਜਿਹੜੀਆਂ ਅੱਜ ਕੱਲ੍ਹ ਕੀ ਕਰ ਰਹੀਆਂ ਨੇ, ਉਹ ਮੋਬਾਈਲ ਦੇਖਦੀਆਂ ਨੇ। ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਹੈ, ਜੇ ਉਹ ਮੋਬਾਈਲ ਨੂੰ ਛੱਡ ਦੇਣ ਥੋੜ੍ਹੇ ਸਮੇਂ ਲਈ, ਕਿਉਂਕਿ ਉਹਦੀਆਂ ਰੇਜ਼ ਵੀ ਨੁਕਸਾਨ ਕਰਦੀਆਂ ਉਸ ਵੇਲੇ ਬੱਚੇ ਨੂੰ, ਤੇ ਜਦੋਂ ਜੋ ਕੁਛ ਮਾਂ ਸਿਮਰਦੀ ਆ ਆਪਣੇ ਦਿਮਾਗ 'ਚ ਯਾਦ ਕਰਦੀ ਆ, ਜਾਂ ਜੋ ਕੰਮ ਕਰ ਰਹੀ ਆ, ਜੋ ਕੁਛ ਉਹ ਬੱਚਾ ਉਸ ਵੇਲੇ ਮਾਂ ਦੇ ਉਦਰ ਵਿੱਚ ਹੀ ਸਾਰਾ ਕੁਝ ਸਿੱਖ ਲੈਂਦਾ। ਈਵਨ ਕਿ ਜੰਮਦੇ ਬੱਚੇ ਕਈ ਸੁਖਮਨੀ ਸਾਹਿਬ ਦਾ ਪਾਠ ਆਪਣੇ ਲਿਪਸ ਤੋਂ ਉਹਨਾਂ ਤੋਂ ਪਤਾ ਲੱਗਦਾ ਕਿ ਉਹ ਕਰਦੇ ਆ। ਭਾਈ ਇੰਦਰਜੀਤ ਸਿੰਘ ਆ ਧਮਦਮਾਲ ਸਾਹਿਬ, ਉਹਨਾਂ ਦੀ ਬੇਟੀ ਹੁਣ ਤਾਂ ਬਾਹਰ ਚਲੇ ਗਏ ਆ, ਤੇ ਉਹ ਬਰਥ ਵੇਲੇ ਹੀ ਉਹਦੇ ਸਿਮਰਨ ਚੱਲਦਾ ਸੀਗਾ ਸੁਖਮਨੀ ਸਾਹਿਬ ਦੇ ਪਾਠ ਦਾ। ਇਸ ਤਰ੍ਹਾਂ ਹੋਰ ਵੀ ਬੱਚੇ ਜਿਹੜੇ ਹਨ ਉਹ ਗਰਭ 'ਚੋਂ ਕਾਫੀ ਕੁਝ ਸਿੱਖ ਕੇ ਆਉਂਦੇ ਆ। ਜੇ ਸਾਡੀਆਂ ਮਾਵਾਂ ਇਹ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਔਰ ਮੋਬਾਈਲ ਨੂੰ ਜੇ ਉਹ ਟੱਚ ਵੀ ਕਰਦੀਆਂ ਤਾਂ ਉਹਦੇ 'ਚ ਵੀ ਉਹ ਉਹੀ ਚੀਜ਼ਾਂ ਦੇਖਣ ਜੋ ਉਹ ਆਪਣੇ ਬੱਚੇ ਦੇ ਵਧੀਆ ਕਿਰਦਾਰ ਨੂੰ ਬਣਾ ਸਕਣ, ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਆ, ਉਹਦੇ ਨਾਲ ਬੱਚੇ ਕਿਤਾਬਾਂ ਨਾਲ ਜੁੜਨ। ਤੇ ਮੈਂ ਹੁਣੇ ਕੈਨੇਡਾ ਤੋਂ ਹੋ ਕੇ ਆਈ ਹਾਂ, ਤੇ ਉੱਥੇ ਕੀ ਆ, ਅੰਗਰੇਜ਼ਾਂ ਨੇ ਸਾਨੂੰ 2 ਕਿਤਾਬਾਂ ਦਿੱਤੀਆਂ ਲੇਡੀਜ਼ ਨੇ,
ਤੇ ਉਹ ਕੀ ਕਹਿੰਦੀ ਆ ਕਿ ਅਸੀਂ ਕਿਤਾਬਾਂ ਨਾਲ ਜੋੜਦੇ ਆ ਬੱਚਿਆਂ ਨੂੰ। ਮੇਰੀ ਬੇਟੀ ਵੀ ਆਪਣੀ ਬੇਟੀ ਦੇ ਸਾਹਮਣੇ ਇੱਦਾਂ ਕਿਤਾਬ ਖੋਲ ਦਿੰਦੀ ਆ, ਉਹ ਅੰਗਰੇਜ਼ੀ ਦੀ ਆ, ਪਰ ਅੱਜ ਮੈਂ ਹੁਣ ਨਾ 2 ਕਿਤਾਬਾਂ ਛੋਟੀਆਂ, ਹਾਲਾਂਕਿ ਉਹ 6-7 ਮਹੀਨੇ ਦੀ ਹੋਣ ਵਾਲੀ ਆ, ਮੈਂ ਉਹਦੇ ਵਾਸਤੇ ਬਿਲਕੁਲ ਛੋਟੀਆਂ ਕਿਤਾਬਾਂ ਜਿਹੜੀਆਂ ਉਹ ਆਈ ਥਿੰਕ ਵੀ 1.5 ਸਾਲ ਤੱਕ ਪੜ੍ਹਨੀ ਸਿੱਖ ਸਕਦੀ ਹੈ ਕਿਤਾਬ, ਤੇ 2-2 4-4 ਅੱਖਰ ਲਿਖੇ, ਉਹ ਕਿਤਾਬਾਂ ਖਰੀਦੀਆਂ ਉਹਦੇ ਵਾਸਤੇ ਵੀ ਗਿਫਟ ਦੇਣ ਵਾਸਤੇ, ਉਹਦੇ ਜਨਮ ਦਿਨ ਤੇ ਕਹਿ ਲਓ ਜਾਂ ਜਿਸ ਤਰ੍ਹਾਂ ਵੀ, ਜਾਂ ਬੇਟੀ ਆਏਗੀ ਉਦੋਂ ਉਸ ਨੂੰ ਦਿੱਤੀਆਂ ਜਾਣਗੀਆਂ ਉਹ ਕਿਤਾਬਾਂ। ਤੇ ਜੇ ਅਸੀਂ ਮਾਵਾਂ ਬਚਪਨ ਤੋਂ ਆਪ ਵੀ ਗੁਟਕਾ ਪੋਥੀ ਖੋਲਣਗੀਆਂ ਜਾਂ ਕਿਤਾਬ ਖੋਲਣਗੀਆਂ ਤਾਂ ਬੱਚੇ ਨੂੰ ਆਦਤ ਪਏਗੀ। ਪਰ ਜੇ ਅਸੀਂ ਮੋਬਾਈਲ ਹੀ ਖੋਲੀ ਰੱਖਾਂਗੇ, ਲੈਪਟਾਪ ਜਾਂ ਟੀਵੀ ਜਾਂ ਹੋਰ ਚੀਜ਼ਾਂ ਲਾਵਾਂਗੇ, ਤਾਂ ਉਹਦੇ ਵਿੱਚ ਕੀ ਹੋਏਗਾ ਕਿ ਸਾਡੇ ਬੱਚੇ ਉਹੀ ਸਿੱਖਣਗੇ, ਕਿਉਂਕਿ ਉਹ ਬੱਚੇ ਨਕਲ ਕਰਦੇ 0 ਤੋਂ 5 ਸਾਲ। ਇਹ ਸਾਈਕੋਲੋਜੀਕਲੀ ਗੱਲ ਆ ਕਿ 5 ਸਾਲ ਤੱਕ ਬੱਚਾ ਜੋ ਕੁਝ ਸਿੱਖਦਾ ਉਹੀ ਬੱਚਾ ਵੱਡਾ ਹੋ ਕੇ ਕਰਦਾ, ਕਿਉਂਕਿ ਉਹਨੇ ਪੂਰਾ ਸਾਡੀ ਨਕਲ ਕਰਨੀ। ਸੋ ਨਕਲ ਜਦੋਂ ਬੱਚਾ ਕਰੇਗਾ, ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਸਾਡੇ ਬੱਚੇ ਪੰਜਾਬੀ, ਜਿਹੜੇ ਹੁਣ ਵਿਦੇਸ਼ ਵਿੱਚ ਚਲੇ ਗਏ, ਕੈਨੇਡਾ ਵਰਗੀਆਂ ਧਰਤੀਆਂ ਤੇ, ਆਸਟ੍ਰੇਲੀਆ 'ਚ ਚਲੇ ਗਏ ਆ, ਉਹ ਕੀ ਕਰਦੇ ਆਪਣੀ ਜੌਬ ਨੂੰ ਪਹਿਲ ਦਿੰਦੇ ਨੇ ਤੇ ਅੰਗਰੇਜ਼ੀ ਬੋਲਣਾ ਸਿੱਖਦੇ। ਇੱਥੋਂ ਪਹਿਲਾਂ ਆਈਲੈਟਸ, ਕੁਝ ਤਾਂ ਸਾਡੇ ਪੰਜਾਬੀਆਂ ਨੂੰ ਇੱਥੋਂ ਕੱਢਿਆ ਹੀ ਜਾ ਰਿਹਾ, ਨੌਕਰੀਆਂ ਨਹੀਂ ਦੇ ਰਹੇ, ਪੰਜਾਬੀ ਮਾਂ ਬੋਲੀ ਤੇ ਕਿੰਨੀਆਂ ਹੀ ਨੌਕਰੀਆਂ ਮਿਲ ਸਕਦੀਆਂ। ਜਿਹੜੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਉਪਦੇਸ਼ ਜਾਂ ਕਹਿ ਲਓ ਕਹਿਣਾ ਚਾਹਾਂਗੀ ਕਿ ਵੀ ਸਾਨੂੰ ਜਿਹੜਾ ਹੈ ਮਾਂ ਬੋਲੀ ਪੰਜਾਬੀ ਨਾਲ ਜੁੜਨਾ ਚਾਹੀਦਾ। ਜਿਹੜੇ ਸਾਡੇ ਮੋਬਾਈਲ ਆ ਉਹ ਟੋਟਲੀ, ਮੇਰਾ ਇਸ ਵੇਲੇ ਮੋਬਾਈਲ ਪੰਜਾਬੀ 'ਚ, ਤੇ ਉਹ ਪੰਜਾਬੀ 'ਚ ਕਰਨਾ ਚਾਹੀਦਾ। ਆਪਣੇ ਨੰਬਰ ਜਿਹੜੇ ਆ ਉਹ ਪੰਜਾਬੀ 'ਚ ਜਾਂ ਕੋਈ ਤੁਸੀਂ ਸੇਵ ਕਰਨੇ ਚਾਹੀਦੇ ਆ ਅੰਗਰੇਜ਼ੀ ਸ਼ਬਦਾਂ ਕੇ। ਮੇਰੀ ਕੋਸ਼ਿਸ਼ ਸੀ ਵੀ ਪੰਜਾਬੀ 'ਚ ਕਰ ਸਕਾਂ। ਤੇ ਕੋਈ ਐਸਾ ਸੁਨੇਹਾ ਦੇਣਾ ਕਿਸੇ ਨੂੰ, ਉਹ ਵੀ ਪੰਜਾਬੀ 'ਚ ਲਿਖਿਆ ਜਾਵੇ। ਹੁਣੇ ਮੈਂ ਜਦੋਂ ਕੈਨੇਡਾ ਧਰਤੀ 'ਤੇ ਗਈ, ਉੱਥੇ ਗੁਰਮਤ ਕੈਂਪ ਲਾਇਆ, ਉੱਥੇ ਬੱਚੇ ਇੰਗਲਿਸ਼ 'ਚ ਆਪਸ 'ਚ ਗੱਲ ਕਰਦੇ ਸੀ, ਮੈਨੂੰ ਬੜਾ ਦੁੱਖ ਹੋਇਆ। ਤੇ ਇੱਕ ਜਿਹੜੀ ਇੰਚਾਰਜ ਸੀ ਬੱਚੀ ਜਸਲੀਨ ਕੌਰ, ਉਹਦੇ ਮਾਤਾ ਜੀ ਕਹਿੰਦੇ ਵੀ ਸਾਡੀ ਪੀੜ੍ਹੀ ਤਾਂ ਫਿਰ ਵੀ ਪੰਜਾਬੀ ਬੋਲਦੀ ਆ। ਜਦੋਂ ਉਹਨਾਂ ਬੱਚਿਆਂ ਨੂੰ ਕਹਿੰਦੀ ਆ ਵੀ ਬੇਟਾ ਪੰਜਾਬੀ 'ਚ ਹੀ ਗੱਲ ਕਰੋ, ਤਾਂ ਕਹਿੰਦੇ ਨਾਲ ਦੇ ਕਮਰੇ 'ਚ ਬੈਡਰੂਮ ਚਲ ਜਾਂਦੇ, ਦੋਨੋਂ ਭੈਣ ਭਰਾ ਬੈਠੇ ਘੁਸਰ ਮੁਸਰ ਕਰਦੇ ਆ। ਤੇ ਉਹ ਬੜਾ ਮਤਲਬ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ। ਤੇ ਇਹ ਗੱਲ ਮੈਂ ਫਿਰ ਪੰਜਾਬੀ ਦਾ ਵੀ ਉੱਥੇ 2 ਮਹੀਨੇ ਪੜ੍ਹਾ ਕੇ ਆਈ, ਸਤੰਬਰ ਅਕਤੂਬਰ ਆ ਹੁਣੇ 2022 'ਚ, ਤੇ ਮੈਨੂੰ ਸਰਟੀਫਿਕੇਟ ਵੀ ਉਹਨਾਂ ਨੇ ਦਿੱਤਾ। ਤੇ ਉੱਥੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬੀ ਸਾਰੇ ਇੰਗਲਿਸ਼ 'ਚ ਵੀ ਹੀ ਲਿਖਦੇ ਮੈਸੇਜ, ਜਿਹੜਾ ਸਾਡਾ ਗਰੁੱਪ ਬਣਿਆ ਸੀ ਟੀਚਰਸ ਦਾ, ਪਰ ਮੈਂ ਜਦੋਂ ਪੰਜਾਬੀ 'ਚ ਲਿਖਿਆ ਤੇ ਸਾਡੇ ਇੱਕ ਮੈਡਮ ਸੀ ਮਨਦੀਪ ਕੌਰ, ਉਹ ਬੜੇ ਖੁਸ਼ ਹੋਏ, ਕਹਿੰਦੇ ਮੈਡਮ ਸਾਨੂੰ ਪੰਜਾਬੀ ਪੜ੍ਹਨ ਦਾ ਬਹੁਤ ਵਧੀਆ ਮੌਕਾ ਮਿਲਿਆ, ਵੀ ਅਸੀਂ ਤਾਂ ਪੜ੍ਹਨਾ ਬੋਲ ਤਾਂ ਸਕਦੇ ਹਾਂ ਵਧੀਆ, ਪਰ ਅਸੀਂ ਲਿਖ ਨਹੀਂ ਸਕਦੇ। ਤੇ ਮੈਨੂੰ ਇੱਥੇ ਵੀ ਬੜਾ ਦੁੱਖ ਹੋਇਆ ਕਿ ਜਿਹੜੇ ਸਾਡੇ ਇੱਥੋਂ ਪ੍ਰਵਾਸ ਕਰਕੇ ਜਾਂਦੇ ਪੰਜਾਬੀ, ਉਹ ਘੱਟੋ ਘੱਟ ਆਪ ਘਰ 'ਚ ਵੀ ਪੰਜਾਬੀ ਬੋਲਣ, ਬਾਹਰ ਵੀ ਬੋਲਣ, ਆਪਣੇ ਬੱਚਿਆਂ ਨਾਲ ਵੀ ਬੋਲਣ। ਜੇ ਆਪਣੇ ਨੌਕਰੀ ਤੇ ਜਿੱਥੇ ਹੈ ਉੱਥੇ ਸਾਡੀ ਮਜਬੂਰੀ ਆ, ਉੱਥੇ ਹਰ ਬੱਚੇ ਦੀ ਮਜਬੂਰੀ ਬਣ ਜੂ, ਜਿਹੜੇ ਉੱਧਰਲੇ PR ਵੀ ਹੋ ਜਾਣਗੇ, ਉੱਧਰਲੇ ਬਰਥ ਜਿਨ੍ਹਾਂ ਦੇ ਜਨਮ ਹੋਣਗੇ। ਪਰ ਜੇ ਉਹ ਆਪਣੀ ਮਾਂ ਬੋਲੀ ਆਪਣੇ ਘਰ 'ਚ ਇਹ ਕਿਤਾਬਾਂ ਰੱਖਣਗੇ, ਤੁਸੀਂ ਸਵਾਲ ਜਿਹੜਾ ਕੀਤਾ ਸੀ ਉਹ ਕਿਤਾਬਾਂ ਦਾ, ਕਿ ਜੇ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਊੜੇ ਆੜੇ ਤੋਂ ਲੈ ਕੇ ਕਿਤਾਬਾਂ, ਇੰਨਾ ਪੈਸਾ ਖਰਚ ਦਿੰਦੇ, ਉੱਥੇ ਤਾਂ ਡਾਲਰ ਦੇ ਡਾਲਰ ਹੈ, ਡਾਲਰਾਂ 'ਚ ਕਮਾਉਂਦੇ ਤੇ ਡਾਲਰਾਂ 'ਚ ਹੀ ਖਰਚਾ, ਮਹਿੰਗਾਈ ਉੱਥੇ ਹੀ ਆ ਜਾਂਦੀ ਆ। ਇਹ ਨਾ ਸੋਚੋ ਕਿ ਉੱਥੇ ਬਾਹਰ ਜਾ ਕੇ ਬਹੁਤ ਕੁਛ ਆ। ਮੈਂ ਤਾਂ ਪੰਜਾਬੀਆਂ ਨੂੰ ਇਹੀ ਗੱਲ ਕਹੂੰਗੀ ਕਿ ਪੰਜਾਬ ਵਿੱਚ ਹੀ ਤੁਸੀਂ ਕੋਈ ਵਧੀਆ ਕਿੱਤਾ ਕਰ ਲਓ, ਤੁਹਾਨੂੰ ਹਰ ਕਿੱਤੇ 'ਚ ਕੁਛ ਨਾ ਕੁਛ ਫਾਇਦਾ। ਔਰ ਈਵਨ ਕਿ ਖੇਤੀਬਾੜੀ 'ਚੋਂ ਵੀ ਜਿਹੜੇ ਆਪਾਂ ਬਾਗ ਲਾ ਲਈਏ, ਉਹਦੇ 'ਤੇ ਟੈਕਸ ਨਹੀਂ ਲੱਗਦਾ, ਕਿਉਂਕਿ ਮੇਰੇ ਨਾਨਾ ਜੀ ਨੇ ਕਾਫੀ ਵੱਡਾ ਬਾਗ ਲਾਇਆ ਹੋਇਆ ਸੀ ਕੋਟਕਪੂਰੇ, ਬਾਅਦ ਵਿੱਚ ਭਾਵੇਂ ਮਾਮਾ ਜੀ ਹੋਰਾਂ ਨੇ ਪੱਟ ਦਿੱਤਾ, ਲੇਕਿਨ ਉਹਦਾ ਬਹੁਤ ਹੀ ਫਾਇਦਾ, ਕਿਉਂਕਿ ਜਿਹੜਾ ਸੰਤਰਾ ਅੱਜ ਸਾਨੂੰ ਸਸਤਾ ਮਿਲਦਾ ਉਹ ਕੱਲ੍ਹ ਨੂੰ ਮਹਿੰਗਾ ਮਿਲੇਗਾ। ਨਿੰਬੂ ਜਾਂ ਕੋਈ ਵੀ ਇੱਕ ਚੀਜ਼ ਦੀ ਕੀਮਤ ਹੀ ਬਹੁਤ ਮਹਿੰਗੀ, ਇੱਕ ਕੇਲਾ ਲੈਣਾ ਉਹਦੀ ਕੀਮਤ ਬਹੁਤ ਜ਼ਿਆਦਾ। ਤੇ ਜੇ ਅਸੀਂ ਇਹ ਚੀਜ਼ਾਂ ਨੂੰ ਘਰ ਵਿੱਚ ਆਪ ਬੀਜੀਏ, ਜਿਹਨਾਂ ਕਿਸਾਨਾਂ ਕੋਲ ਜ਼ਮੀਨਾਂ, ਬਜਾਏ ਉਹ ਬਈਆਂ ਵਾਸਤੇ ਕਹਿ ਲਓ ਜਾਂ ਹੋਰ ਲੋਕਾਂ ਵਾਸਤੇ, ਪੂਰੇ ਭਾਰਤ ਵਾਸਤੇ ਇੱਥੇ ਚਾਵਲ ਬੀਜ ਰਹੇ ਆ, ਉਹ ਸਾਡੇ ਲਈ ਨੁਕਸਾਨ। ਸਾਡਾ ਪਾਣੀ ਖਤਮ ਹੋ ਰਿਹਾ, ਬਾਣੀ ਤੇ ਪਾਣੀ ਦੋਨੋਂ ਹੋਣੇ ਬਹੁਤ ਜ਼ਰੂਰੀ ਆ, ਕਿਉਂਕਿ ਕਹਿੰਦੇ ਕੋਹ ਤੇ ਪਾਣੀ ਬਦਲੇ, ਕੋਹ ਤੇ ਬਾਣੀ ਬਦਲੇ, 10 ਕੋਹ ਤੇ ਬਾਣੀ। ਤੇ ਜਿੱਦਾਂ ਹੁਣ ਆਪਣੀ ਪੁਆਧੀ ਲੈਂਗੁਏਜ ਆ, ਪੁਆਧੀ ਭਾਸ਼ਾ, ਉਸ ਨੂੰ ਵੀ ਅਸੀਂ ਨਹੀਂ ਸਮਝਦੇ, ਉਹ ਵੀ ਸਾਡੀ ਪੰਜਾਬੀ ਦੀ ਉਪਬੋਲੀ ਆ। ਉਹ ਵੀ ਮੈਂ ਕਹਿੰਦੀ ਹਾਂ ਕਿ ਉਹਨਾਂ ਨੂੰ ਵੀ ਪੂਰਾ ਸਾਨੂੰ ਪ੍ਰਸ਼ੰਸਾ ਦੇ ਪਾਤਰ ਬਣਾਉਣਾ ਚਾਹੀਦਾ। ਇੱਥੇ ਪੁਆਧੀ ਬੋਲੀ ਦਾ ਵੀ ਸਟਾਲ
ਜਿਹੜਾ ਲੱਗਣਾ ਚਾਹੀਦਾ, ਜਿਸ ਤਰ੍ਹਾਂ ਅੱਜ ਸਾਡੀ ਗੁਰਮੁਖੀ ਦਾ ਲੱਗਿਆ ਉਹਦੇ ਮੁਕਾਬਲੇ ਉਹ ਵੀ ਲੱਗਣਾ ਚਾਹੀਦਾ। ਤੇ ਹਰ ਮਾਂ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਕਿਤਾਬਾਂ ਨਾਲ ਜ਼ਰੂਰ ਜੋੜਨਾ ਇਹ ਚਾਹੀਦਾ। ਤੁਸੀਂ ਪੰਜਾਬੀ ਮਤਲਬ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਜੰਮਦੀ ਆ ਉਹਨਾਂ ਦੇ ਲਈ ਕੀ ਉਪਰਾਲਾ ਕੀਤਾ ਜਾ ਸਕਦਾ ਉਹਨਾਂ ਬਾਰੇ ਦੱਸਿਆ ਤੁਸੀਂ। ਹੁਣ ਦੀ ਜਿਹੜੀ ਜਨਰੇਸ਼ਨ ਆ ਜਿਹੜੀ ਖੁਆਰ ਹੋ ਚੁੱਕੀ ਆ ਪੁਸਤਕਾਂ ਦੇ ਨਾਲ ਕਿਤਾਬਾਂ ਦੇ ਕਲਚਰ ਦੇ ਨਾਲ, ਉਹਨਾਂ ਲਈ ਤੁਹਾਡਾ ਕੀ ਸੁਣਾਇਆ, ਉਹ ਕਿੱਦਾਂ ਜੁੜ ਸਕਦੇ ਨੇ ਕਿਤਾਬਾਂ ਦੇ ਨਾਲ? ਉਹ ਮੈਂ ਦੱਸ ਹੀ ਚੁੱਕੀ ਹਾਂ ਕਿ ਜੋ ਵੀ ਕੁਝ ਚਾਹੀਦਾ ਉਹ ਮਾਵਾਂ ਹੀ ਕਰ ਸਕਦੇ ਨੇ। ਊੜਾ ਤੇ ਜੂੜਾ ਹੈ ਉਹ ਸਿੱਖੀ ਵੀ ਉਹੀ ਸੰਭਾਲ ਸਕਦੇ ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾਂਗੇ, ਗੁਰਬਾਣੀ ਨੂੰ ਸਮਝਾਂਗੇ, ਭਾਵੇਂ ਉਹ ਮੋਬਾਈਲ ਤੋਂ ਨੈੱਟ ਤੋਂ ਹੀ ਬੱਚੇ ਪੜ੍ਹ ਲੈਣ, ਕਿਉਂਕਿ ਅੱਜ ਕੱਲ੍ਹ ਜਿਹੜਾ ਰੁਝਾਨ ਆ ਬਹੁਤ ਹੀ ਜ਼ਿਆਦਾ ਸਰਕਾਰੀ ਸਕੂਲਾਂ ਤੋਂ ਉੱਠ ਕੇ ਪ੍ਰਾਈਵੇਟ ਸਕੂਲਾਂ ਤੱਕ ਜਾ ਚੁੱਕਿਆ ਹੈ। ਨਾਲ ਤਾਂ ਇੰਨੀਆਂ ਅਸੀਂ ਫੀਸਾਂ ਦੇ ਰਹੇ ਹਾਂ। ਹੁਣ ਪਿੱਛੇ ਜੀ ਇੱਕ ਬਿਆਨ ਆਇਆ ਸਰਕਾਰ ਦਾ ਕਿ ਜੇ ਤੁਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਾਓਗੇ ਤਾਂ ਤੁਹਾਡੇ ਬੱਚੇ ਦੀ ਫੀਸ ਫ੍ਰੀ ਆ ਤੇ ਅਸੀਂ ਤੁਹਾਨੂੰ 1000 ਰੁਪਏ ਵਜ਼ੀਫਾ ਦੇਵਾਂਗੇ, ਪਰ ਜੇ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਤਾਂ ਤੁਹਾਡੀ 500 ਰੁਪਏ ਫੀਸ ਆ। ਮਤਲਬ ਕਿ ਸਰਕਾਰੀ ਸਕੂਲਾਂ ਨੂੰ ਫੇਲ ਕੀਤਾ ਜਾ ਰਿਹਾ ਜਿੱਥੇ ਸਾਡੀ ਮਾਂ ਬੋਲੀ ਦੀ ਕਦਰ ਆ। ਤੇ ਕਦਰ ਵੀ ਕੀ ਆ ਕਿ ਜਿਹੜੇ ਬੱਚੇ 4 ਅੱਖਰ ਪੜ੍ਹਨ ਵਾਲੇ ਆ ਉਹਨਾਂ ਜਾਂ ਜਿਨ੍ਹਾਂ ਕੋਲ 4 ਪੈਸੇ ਆ ਉਹ ਅੰਗਰੇਜ਼ੀ ਸਕੂਲਾਂ 'ਚ ਜਾ ਰਹੇ, ਤੇ ਜਿਹੜੇ ਸਾਡੇ ਵਰਗੇ ਮਾਤੜ ਕੇ ਜਿਹਨੂੰ ਕਹਾਂਗੇ ਵੀ ਬਹੁਤ ਹੀ ਇਸ ਤੋਂ ਹੇਠਾਂ ਹੈਗੇ ਨੇ, ਮੀਨਸ ਕਿ ਉਹ ਪੈਸੇ ਨਹੀਂ ਦੇ ਸਕਦੇ, ਫੀਸ ਨਹੀਂ ਦੇ ਸਕਦੇ, ਉਹ ਵੀ ਚਾਹਣਗੇ ਕਿ ਸਾਡਾ ਬੱਚਾ ਫ੍ਰੀ ਪੜ੍ਹ ਰਿਹਾ, ਅਸੀਂ ਵੀ ਅੰਗਰੇਜ਼ੀ ਸਕੂਲਾਂ 'ਚ ਲਾਈਏ। ਔਰ ਜਿੱਦਾਂ ਹੁਣ ਮੈਂ ਪੜ੍ਹਾ ਰਹੀ ਸੀ 2018 ਦੀ ਗੱਲ ਆ, ਮੈਂ 20 'ਚ ਰਿਟਾਇਰ ਹੋਈ ਹਾਂ। ਸਾਡੇ ਕੋਲ ਇੱਕ ਚਿੱਠੀ ਆਈ ਕਿ ਵੱਧ ਤੋਂ ਵੱਧ ਬੱਚੇ ਅੰਗਰੇਜ਼ੀ ਮੀਡੀਅਮ 'ਚ ਲਗਾਏ ਜਾਣ, ਅੰਗਰੇਜ਼ੀ ਭਾਸ਼ਾ ਪੜ੍ਹਨ ਵਾਲੇ ਹੋਣ, ਜਿਹਦੇ 'ਚ 15 ਜੇ 30 ਬੱਚੇ ਤੁਹਾਡੇ ਕੋਲ ਤਾਂ 15 ਲੈ ਜਾਣ, ਜਦ ਕਿ 25 ਬੱਚੇ ਹੀ ਆਮ ਇੱਕ ਕਲਾਸ 'ਚ ਹੁੰਦੇ ਸਨ। ਉੱਦਾਂ 40 ਆਪਾਂ ਲੈ ਸਕਦੇ ਹਾਂ, ਲੇਕਿਨ ਜੇ 50-52 ਦਾ ਬੱਚਾ ਤਾਂ 2 ਸੈਕਸ਼ਨ ਬਣ ਜਾਂਦੇ ਸੀ ਸਾਡੇ। ਤੇ ਉਹਦੇ 'ਚੋਂ ਜਿਹੜੇ ਪਹਿਲੇ 10 ਬੱਚੇ ਆ ਜਿਹੜੇ ਹਰ ਇੱਕ ਸਬਜੈਕਟ ਨੂੰ ਪੜ੍ਹ ਲੈਂਦੇ, ਉਹਨਾਂ ਨੂੰ ਇੰਗਲਿਸ਼ ਮੀਡੀਅਮ 'ਚ ਕਰਤਾ। ਉਹ ਵੱਡੇ ਹੋਣਗੇ, ਆਈਲੈਟਸ ਕਰਨਗੇ, ਬਾਹਰ ਜਾਣਗੇ ਤੇ ਪੰਜਾਬ ਸਾਡਾ ਖਾਲੀ ਹੋ ਜਾਊ। ਤੇ ਇੱਥੇ ਕੌਣ ਰਾਜ ਕਰੇਗਾ ਬਈ? ਅੱਜ ਉੱਚ ਅਧਿਕਾਰੀ ਜਿਹੜੇ ਬੈਠੇ ਆ, ਉਹ ਪ੍ਰੋਫੈਸਰ ਬੈਠੇ ਆ, ਉਹ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਦੇ ਰਹੇ। ਰਾਜਸਥਾਨ ਵਾਲਿਆਂ ਨੂੰ ਜਾਂ ਹਰਿਆਣਾ ਸਾਡਾ ਪੰਜਾਬ ਦਾ ਹਿੱਸਾ ਸੀ, ਉਹਨਾਂ ਨੂੰ ਨੌਕਰੀਆਂ ਦਿੱਤੇ ਦਿੰਦੇ, ਲੇਕਿਨ ਪੰਜਾਬੀਆਂ ਨੂੰ ਨੌਕਰੀ। ਮੇਰੀ ਆ ਬੇਟੀ ਹੁਣੇ ਆਈ ਸੀ ਇੱਥੇ, ਸ਼ਾਇਦ ਬਾਹਰ ਖੜੀ ਹੋਵੇ। 1 ਸਾਲ ਤੋਂ ਅਸੀਂ ਕਿਸਾਨੀ ਮੋਰਚੇ ਤੇ ਸੀ, ਉਹਨੇ ਘਰੇ ਬੈਠ ਕੇ ਤਿਆਰੀ ਕੀਤੀ, ਪਰ ਅਜੇ ਤੱਕ ਉਹਦੇ ਕੋਲ ਕੋਈ ਜੌਬ ਨਹੀਂ। ਤਿੰਨੋਂ ਬੱਚੀਆਂ ਨੇ ਇੰਜੀਨੀਅਰਿੰਗ ਕੀਤੀ ਆ, ਇੰਨੀ ਮਿਹਨਤ ਵੀ ਕਰਾਈ, ਇੰਨਾ ਪੈਸਾ ਵੀ ਲਾਇਆ, ਪਰ ਉਹਨਾਂ ਦੇ ਪੱਲੇ ਕੱਖ ਨਹੀਂ। ਤੁਸੀਂ ਆਪਣੀ ਗੱਲ ਦੇ ਵਿੱਚ ਇੱਕ ਗੱਲ ਚੱਕੀ ਸੀਗੀ ਜਿੱਥੇ ਕਿ ਫ਼ੋਨ ਦੇ ਨਾਲ ਵੀ ਜੇਕਰ ਤੁਸੀਂ ਹੋ ਸਕੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਲੱਗਦੇ ਆ, ਸਮਾਰੋਹ ਹੁੰਦੇ ਆ, ਜਿੱਦਾਂ ਇੱਥੇ ਪੁਸਤਕ ਮੇਲਾ ਲੱਗਿਆ ਵਾ, ਉਹਦੀ ਇੰਪੋਰਟੈਂਸ ਅੱਡ ਆ? ਕਿਉਂਕਿ ਜਿੱਦਾਂ ਤੁਸੀਂ ਆਪ ਕਿਹਾ ਇੱਥੇ ਲੋਕੀ ਆਪਣੇ ਅੱਖਾਂ ਦੇ ਨਾਲ ਲਾਈਵ ਆ ਕੇ ਜਦੋਂ ਪ੍ਰਦਰਸ਼ਨੀਆਂ ਦੇਖਦੇ ਆ ਤੇ ਫਿਰ ਉਹ ਊੜੇ ਆੜੇ ਦੇ ਨਾਲ ਜੁੜਦੇ ਆ। ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਸਮਾਰੋਹ ਹੋਰ ਹੋਣੇ ਚਾਹੀਦੇ ਆ? ਤੇ ਅੰਤ ਦੇ ਵਿੱਚ ਤੁਸੀਂ ਕੀ ਆਪਣਾ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਉਹ ਮੋਬਾਈਲ ਦੀ ਜਿਹੜੀ ਗੱਲ ਕੀਤੀ ਸੀ ਆ, ਹੁਣ ਅੱਜ ਕੱਲ੍ਹ ਨਾ ਸਿੱਖ ਨੈੱਟ, ਮੈਨੂੰ ਐਗਜ਼ੈਕਟ ਤਾਂ ਨਾਮ ਨਹੀਂ ਯਾਦ, ਉਹਦੇ ਤੇ YouTube ਤੇ ਬੜੇ ਸੋਹਣੇ ਪੰਜਾਬੀ ਦੇ ਜਿਹੜੇ ਗੁਰਸਿੱਖੀ ਨਾਲ ਜੁੜਨ ਦੇ ਗੀਤ ਆ ਰਹੇ ਨੇ। ਲੋਕ ਬੜੇ ਹੀ ਉਹਨਾਂ ਦੀ ਸਰਾਹਨਾ ਕਰ ਰਹੇ ਆ। ਨਿੱਕਾ ਜਿਹਾ ਮੇਰਾ ਨਿੱਕਾ ਜਿਹਾ ਖਾਲਸਾ ਨਿਆਣਿਆਂ ਦੀ ਲਈ ਰਾਈਮਸ ਹੁੰਦੀਆਂ। ਹਾਂਜੀ, ਉਹ ਕਾਫੀ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਮੇਰਾ ਖਿਆਲ 15-20 ਮੈਂ ਸੁਣ ਚੁੱਕੀ ਹਾਂ, ਕਿਉਂਕਿ ਬੇਟੀ ਉੱਥੇ ਲਗਾ ਕੇ ਬਹਿ ਜਾਂਦੀ ਸੀ ਕੈਨੇਡਾ ਵਿੱਚ, ਤਾਂ ਮੈਂ ਉਹਨਾਂ ਨੂੰ ਸੁਣਿਆ। 1-2 ਤਾਂ ਮੈਂ ਸੁਣੀਆਂ ਹੋਈਆਂ ਸਨ ਤੇ ਪਰ ਜ਼ਿਆਦਾ ਨਹੀਂ। ਇਹ ਬੱਚੀ ਮੇਰੀ ਬੇਟਾ ਜੀ 1 ਮਿੰਟ, ਇਹਦਾ ਨਾਮ ਬੇਟੀ ਦਾ ਪ੍ਰਭਜੋਤ ਕੌਰ ਆ। ਇਹਨੇ ਪਹਿਲਾਂ ਇਲੈਕਟ੍ਰੋਨਿਕਸ 'ਚ ਡਿਪਲੋਮਾ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਇਹਨੇ ਇਲੈਕਟ੍ਰੀਕਲ 'ਚ ਡਿਗਰੀ ਕੀਤੀ ਆ। ਔਰ ਉਸ ਤੋਂ ਬਾਅਦ ਮੈਨੂੰ ਕਹਿੰਦੀ ਕਿ ਮੰਮੀ ਜਦ ਮੈਂ ਮੋਬਾਈਲ ਕਹਿਣਾ ਨਾ ਪੰਜਾਬੀ 'ਚ ਮੈਂ ਤਾਂ ਬੋਲਾਂਗੀ, ਇਹਨੇ ਇੰਗਲਿਸ਼ 'ਚ ਬੋਲਣਾ ਵੀ ਇੰਗਲਿਸ਼ 'ਚ ਦੱਸੋ। ਮੈਂ ਕਿਹਾ ਤੂੰ ਪੰਜਾਬੀ ਸਿੱਖ। ਕਹਿੰਦੀ ਕਿਵੇਂ ਸਿੱਖਾਂ? ਮੈਂ ਕਿਹਾ ਤੂੰ ਗਿਆਨੀ ਕਰ ਲਾ, ਕੁਛ ਕਰ ਲਾ। ਤਾਂ ਇਹਨੇ MA ਪੰਜਾਬੀ ਇੱਥੇ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਆ, ਔਰ ਇਸ ਵੇਲੇ ਇਹ ਪੰਜਾਬੀ 'ਚ ਮਾਹਰ ਆ। ਕਿਸੇ ਟਾਈਮ ਮੈਂ ਜੇ ਅੰਗਰੇਜ਼ੀ ਦਾ ਸ਼ਬਦ ਬੋਲਦੀ ਕਹੂੰਗੀ ਮੰਮੀ ਇਹਦਾ ਪੰਜਾਬੀ ਸ਼ਬਦ ਦੱਸੋ, ਤਾਂ ਮੈਨੂੰ ਵੀ ਬੜਾ ਮਾਣ ਹੁੰਦਾ ਕਿ ਮੇਰੇ ਬੱਚੇ, ਬੇਸ਼ੱਕ ਮੈਂ ਉਹਨਾਂ ਨੂੰ ਇੰਜੀਨੀਅਰਿੰਗ ਵਾਲੀ ਲਾਈਨ 'ਚ ਪਾਇਆ ਸੀ ਜੌਬ ਦੇ ਪੱਖੋਂ, ਪਰ ਮੇਰੇ ਬੱਚੇ ਇਸ ਪੱਖੋਂ ਕਾਮਯਾਬ ਹੋ ਗਏ। ਲੋਕਡਾਊਨ ਲੱਗਣ ਕਰਕੇ MPhil 'ਚ ਐਡਮਿਸ਼ਨ ਨਹੀਂ ਲੈ ਸਕੀ। ਉਸ ਤੋਂ ਬਾਅਦ ਇਹਨੇ ਹੁਣ 1 ਸਾਲ ਤੋਂ ਤਿਆਰੀ ਕਰ ਰਹੀ ਸੀ, ਪਰ ਸਾਡੇ ਪੰਜਾਬੀਆਂ ਨੂੰ ਨੌਕਰੀ ਨਹੀਂ। ਇੱਥੇ ਵੀ ਸਾਡੀ ਤਰਾਸਦੀ ਹੈ ਪੰਜਾਬੀਆਂ ਦੀ। ਪਰ ਫਿਰ ਵੀ ਜੇ ਸਾਰੇ ਬੱਚੇ ਮੋਬਾਈਲ ਨਾਲ ਵੀ ਜੁੜਨ,
ਤਾਂ ਉਹ ਵੀ ਮਾਵਾਂ ਦੀ ਦੇਖ ਰੇਖ 'ਚ ਜੁੜਨ, ਕਿਉਂਕਿ ਬਾਪ ਤਾਂ ਬਾਹਰ ਚਲ ਜਾਂਦੇ ਨੇ ਨੌਕਰੀ ਤੇ ਮਾਵਾਂ ਦੀ ਹੀ ਡਿਊਟੀ ਬਣਦੀ ਹੈ ਕਿ ਊੜਾ ਤੇ ਚੂੜਾ ਸੰਭਾਲਣ ਦੀ। ਤੇ ਇਹ ਬੱਚਿਆਂ ਨੂੰ ਵੀ ਮੈਂ ਬਹੁਤ ਪ੍ਰਸ਼ੰਸਾ ਕਰਦੀ ਹਾਂ ਕਿ ਇਹਨਾਂ ਨੇ ਪੂਰੇ ਮੇਲੇ ਨੂੰ, ਪੁਸਤਕ ਮੇਲੇ ਨੂੰ ਇੱਕ ਰੰਗੀਨ ਦੌਰ ਦੇ ਦਿੱਤਾ ਪੰਜਾਬੀ ਗੁਰਮੁਖੀ ਬੋਲੀ ਨਾਲ ਜੋੜ ਕੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਆਪਣੇ ਘਰ ਦੇ ਮੈਂਬਰ ਕਹੋ ਹਨਾ ਕਿ ਉਦੋਂ ਚੱਲ ਸਤਿ ਸ਼੍ਰੀ ਕੇ ਅਕਾਲ ਆਏ ਜੀ। ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਤੁਹਾਨੂੰ ਕਿਵੇਂ ਲੱਗ ਰਿਹਾ ਇੱਥੇ ਦਾ ਮਾਹੌਲ ਦੇਖ ਕੇ, ਕਿਉਂਕਿ ਤੁਸੀਂ ਦੇਖਦੇ ਚੁੰਨੀਆਂ ਤੇ ਊੜਾ ਐੜਾ ਲਿਖਿਆ ਹੋਇਆ, ਤੇ ਤੁਸੀਂ ਵੀ ਪੰਜਾਬੀ ਦੀ ਟੀਚਰ ਹੋ, ਊੜੇ ਐੜੇ ਨਾਲ ਤੁਸੀਂ ਜੁੜੇ ਹੋਏ ਹੋ। ਤੁਹਾਡਾ ਰੁਝਾਨ ਕਿੱਦਾਂ ਬਣਿਆ ਇੱਥੇ ਦਾ ਮਾਹੌਲ ਦੇਖ ਕੇ? ਮੇਰੇ ਬੱਚੇ ਨੇ ਇਹ ਸਾਡੇ ਕੋਲ ਹੀ ਨੇ, PhD ਕਰ ਰਹੇ ਨੇ, ਰਿਸਰਚ ਸਕਾਲਰਸ ਨੇ। ਬਹੁਤ ਵਧੀਆ ਉਪਰਾਲਾ ਹੈ। ਅਸੀਂ ਨਹੀਂ ਅੱਗੇ ਆਵਾਂਗੇ ਤਾਂ ਹੋਰ ਕੌਣ ਆਊਗਾ। ਸਾਡੇ ਪੰਜਾਬ ਦੀ ਇੰਨੀ ਕੁ ਦੁਰਦਸ਼ਾ ਹੋ ਚੁੱਕੀ ਹੈ ਕਿ ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰਦੇ ਜਾ ਰਹੇ ਹਾਂ, ਹੈ ਨਾ। ਤਾਂ ਸਾਡੇ ਬੱਚਿਆਂ ਦੀ ਇੰਨੀ ਦੁਰਦਸ਼ਾ ਹੈ ਕਿ ਨਾ ਉਹ ਹਿੰਦੀ ਜੋਗੇ, ਨਾ ਉਹ ਇੰਗਲਿਸ਼ ਜੋਗੇ, ਨਾ ਉਹ ਪੰਜਾਬੀ ਜੋਗੇ। ਇੱਕ ਹੋੜ ਲੱਗੀ ਹੋਈ ਹੈ ਇੰਗਲਿਸ਼ ਦੇ ਪਿੱਛੇ ਭੱਜਣ ਦੀ, ਜਿਹਨੇ ਸਾਡੇ ਤੋਂ ਸਭ ਕੁਝ ਖੋਲਿਆ। ਤਾਂ ਸਭ ਤੋਂ ਪਹਿਲਾਂ ਮਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਤਾਂ ਜਦੋਂ ਮੈਂ ਇੱਥੇ ਆਈ ਸੀ, ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਊੜਾ ਲਿਖ ਕੇ, ਫਿਰੋਜ਼ਦੀਨ ਸ਼ਰਫ ਦੀਆਂ ਲਾਈਨਾਂ ਲਿਖ ਕੇ, ਜਾਂ ਵਾਰਿਸ ਦੀ ਹੀਰ ਦੀਆਂ ਸਤਰਾਂ ਲਿਖ ਕੇ ਉਹ ਪ੍ਰਮੋਟ ਕਰ ਰਹੇ ਨੇ ਪੰਜਾਬੀ ਨੂੰ। ਸਿੰਬੋਲਿਕ ਤੌਰ 'ਤੇ ਜਦੋਂ ਅਸੀਂ ਅੰਦਰ ਆਉਣੇ ਆ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਫੈਮਿਲੀ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ, ਪਰਿਵਾਰ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ। ਤਾਂ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਇਹਨਾਂ ਨੇ ਮਾਂ ਲਈ ਚੁੰਨੀ ਬਣਾਈ ਹੈ ਕਿ ਪਹਿਲਾਂ ਮਾਂ ਬੁੱਕਲ ਮਾਰੇ। ਉਨੀ ਦੇਰ ਬੱਚਾ ਨਹੀਂ ਸਿੱਖ ਸਕਦਾ ਜੇ ਅਸੀਂ ਬੱਚੇ ਨੂੰ ਗੁੜਤੀ ਇੰਗਲਿਸ਼ 'ਚ ਦੇਵਾਂਗੇ, ਹਿੰਦੀ 'ਚ ਦੇਵਾਂਗੇ, ਕਨਵੈਂਟ ਸਕੂਲਾਂ 'ਚ ਪੜ੍ਹਾਵਾਂਗੇ। ਤਾਂ ਸਭ ਤੋਂ ਪਹਿਲਾ ਫਰਜ਼ ਮਾਂ ਦਾ। ਤਾਂ ਸਿੰਬੋਲਿਕ ਤੌਰ 'ਤੇ ਮੈਨੂੰ ਲੱਗਿਆ ਕਿ ਫੁਲਕਾਰੀ ਦਾ, ਇਹ ਊੜੇ ਆੜੇ ਵਾਲੀ ਫੁਲਕਾਰੀ ਦਾ ਅਰਥ ਚਿੰਨ੍ਹ ਵਿਗਿਆਨ ਤੋਂ ਦੇਖਿਆ ਜਾਵੇ ਤਾਂ ਸਭ ਤੋਂ ਪਹਿਲੀ ਜ਼ਿੰਮੇਵਾਰੀ ਮਾਂ ਦੀ ਬਣਦੀ ਹੈ। ਮਾਂ ਆਪ ਬੁੱਕਲ ਮਾਰੇ ਪੰਜਾਬੀ ਦੀ ਤਾਂ ਉਹ ਬੱਚੇ ਨੂੰ ਉਸ ਰਾਹ ਪਾਊਗੀ। ਦੂਸਰੇ ਤੌਰ 'ਤੇ ਨਾਲ ਕਿਤਾਬ ਦੇ ਰਹੇ ਹੈ, ਸ਼ਾਇਦ ਉਹ ਬਾਪ ਲਈ ਦੇ ਰਹੇ ਹੈ ਕਿ ਬਾਪ ਪੰਜਾਬੀ ਨਾਲ ਜੁੜੇ ਤਾਂ ਉਹ ਬੱਚੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਦੇਊਗਾ। ਤੀਸਰੇ ਨੰਬਰ 'ਤੇ ਫੱਟੀਆਂ ਲੈ ਰਹੇ ਹੈ ਤਾਂ ਬੱਚਾ ਆਪ ਸਿੱਧੇ ਤੌਰ 'ਤੇ ਪੰਜਾਬੀ ਨਾਲ ਜੁੜੇ। ਤਾਂ ਇਹ ਇਕਜੁੱਟ ਕਰਕੇ ਇੱਕ ਫੈਮਿਲੀ ਨੂੰ ਸੰਦੇਸ਼ ਦੇ ਰਹੇ ਹੈ ਕਿ ਆਓ ਪੰਜਾਬੀ ਨੂੰ ਸੰਭਾਲੀਏ, ਕਿਉਂਕਿ ਜੇ ਅਸੀਂ ਨਹੀਂ ਸੰਭਾਲਾਂਗੇ ਤਾਂ ਅਸੀਂ ਕਿਸੇ ਦੇ ਹੱਥਾਂ ਵੱਲ ਨਹੀਂ। ਈਵਨ ਕਿਤੇ ਨਾ ਕਿਤੇ ਜਦੋਂ ਤੁਸੀਂ ਬਾਹਰਲੀ ਕੰਟਰੀ ਦੇ ਵਿੱਚ ਇੰਨਾ ਚੁੰਨੀਆਂ ਨੂੰ ਆਪਣੇ ਉੱਤੇ ਲੈ ਕੇ ਘੁੰਮੋਗੇ, ਲੋਕੀ ਤੁਹਾਡੇ ਤੋਂ ਪੁੱਛਣਗੇ ਕਿ ਬਈ ਆਹ ਕਿਹੜੇ ਅੱਖਰ ਨੇ, ਤੇ ਤੁਸੀਂ ਤੁਰਦਾ ਫਿਰਦਾ ਪ੍ਰਚਾਰ ਵੀ ਦੇ ਰਾਹੀਂ ਬਣ ਸਕਦੇ ਹੋ। ਤੁਰਦਾ ਫਿਰਦਾ ਪ੍ਰਚਾਰ ਵੀ ਬਣ ਸਕਦਾ ਇਹ। ਬਹੁਤ ਸਾਰੇ ਸਾਡੇ ਕੋਲੇ ਬਾਹਰੋਂ ਜਿਹੜੇ ਡੈਲੀਗੇਟਸ ਆਏ ਸੀ, ਸਾਡੇ ਕੋਲੇ ਆਏ ਆ, ਬਹੁਤ ਖੁਸ਼ੀ ਨਾਲ ਉਹ ਸਾਡੇ ਤੋਂ ਇਹ ਚੁੰਨੀਆਂ ਲੈ ਕੇ ਗਏ ਹੈ। ਤਾਂ ਇਹਦੇ ਨਾਲ ਸਾਡੀ ਬੋਲੀ ਦਾ ਪ੍ਰਚਾਰ ਪ੍ਰਸਾਰ ਹੋਊਗਾ। ਅੱਗੇ ਤੋਂ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਸਕੂਲ ਬੈਗਸ ਇਹਦੇ ਨਾਲ ਤਿਆਰ ਕਰਾਂਗੇ। ਅਸੀਂ ਜਿਵੇਂ ਚੁੰਨੀਆਂ ਬਣਾ ਰਹੇ ਹਾਂ ਐਵੇਂ ਲੋਈਆਂ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ, ਠੀਕ ਹੈ। ਤਾਂ ਅਸੀਂ ਹਰ ਉਹ ਤਰੀਕਾ ਵਰਤਾਂਗੇ ਜਿਹਦੇ ਨਾਲ ਸਾਡੀ ਮਾਂ ਬੋਲੀ ਨੂੰ ਬਚਾਇਆ ਜਾ ਸਕੇ। ਤੇ ਤੁਹਾਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਮੇਲੇ ਤੇ ਆਉਣਾ ਚਾਹੀਦਾ, ਕਿਉਂਕਿ ਇੱਥੇ ਬਹੁਤ ਕੁਝ ਪੰਜਾਬੀ ਮਾਂ ਬੋਲੀ ਬਾਰੇ ਤੇ ਇਵਨ ਕਿਤਾਬਾਂ ਦੇ ਬਾਰੇ ਨਾਲ ਜੁੜਨ ਨੂੰ, ਸਿੱਖਣ ਨੂੰ ਮਿਲ ਰਿਹਾ। ਤੁਹਾਡਾ ਸੁਨੇਹਾ ਕੀ ਆ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਸਭ ਨੂੰ ਆਉਣਾ ਚਾਹੀਦਾ। ਮੈਨੂੰ ਲੱਗਦਾ ਸਭ ਆ ਵੀ ਰਹੇ ਆ। ਤੁਸੀਂ ਦੇਖੋ ਕਿੰਨਾ ਟਾਈਮ ਹੋ ਗਿਆ ਪਰ ਫਿਰ ਵੀ ਮੇਲੇ ਦੇ ਵਿੱਚ ਉਵੇਂ ਗਹਿਮਾ ਗਹਿਮੀ ਹੈ। ਅਸੀਂ ਕਹਿ ਰਹੇ ਹਾਂ ਕਿ ਸਾਡੀ ਬੋਲੀ ਮਰ ਰਹੀ ਹੈ, ਪਰ ਸਾਡੀ ਬੋਲੀ ਕਦੇ ਵੀ ਨਹੀਂ ਮਰ ਸਕਦੀ, ਕਿਉਂਕਿ ਸਾਡੀ ਬੋਲੀ ਨੂੰ ਸੰਭਾਲਣ ਵਾਲੇ ਸਾਡੇ ਵਾਰਿਸ ਸਾਡੇ ਨਾਲ ਖੜੇ ਨੇ। ਤੇ ਜੇ ਇੰਨਾ ਵੱਡਾ ਅਹਿਦ ਲੈ ਰਹੇ ਨੇ ਤਾਂ ਅਸੀਂ ਕਦੇ ਨਹੀਂ ਸੋਚ ਸਕਦੇ ਸਾਡੀ ਬੋਲੀ ਕਦੇ ਨਹੀਂ ਮਰ ਸਕਦੀ। ਤੇ ਇੱਕ ਗਲਤ ਸੁਨੇਹਾ ਦਿੰਦਾ ਜਾਂਦਾ ਵਾ ਵੀ ਉੜਤਾ ਪੰਜਾਬ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ, ਪੜ੍ਹਦਾ ਪੰਜਾਬ। ਇਹਦੇ ਬਾਰੇ ਤੁਹਾਡਾ ਕੀ? ਉੜਤਾ ਪੰਜਾਬ ਪਤਾ ਨਹੀਂ ਕਿਹਦੀ ਮਾਨਸਿਕਤਾ ਹੈ ਇਹ, ਪਰ ਮੈਨੂੰ ਲੱਗਦਾ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਜਿੰਨਾ ਵੀ ਤੁਸੀਂ ਘੁੰਮ ਫਿਰ ਕੇ ਵੇਖੋਗੇ, ਇੱਥੇ ਤੁਹਾਨੂੰ ਪੜ੍ਹਦਾ ਹੋਇਆ ਪੰਜਾਬ, ਇੱਥੇ ਤੁਹਾਨੂੰ ਵਿਚਾਰਾਂ ਕਰਦਾ ਹੋਇਆ ਪੰਜਾਬ, ਗੋਸ਼ਟੀਆਂ ਕਰਦਾ ਹੋਇਆ ਪੰਜਾਬ, ਰੂਬਰੂ ਕਰਦਾ ਹੋਇਆ ਪੰਜਾਬ ਹੀ ਮਿਲੂਗਾ। ਤਾਂ ਮੈਨੂੰ ਨਹੀਂ ਲੱਗਦਾ ਇਹ ਗਲਤ ਪ੍ਰਚਾਰ ਹੀ ਹੈ ਇੱਕ। ਇਸ ਤਰੀਕੇ ਨਾਲ ਖਾਸ ਤੌਰ 'ਤੇ ਪੰਜਾਬੀਆਂ ਨੂੰ ਤਾਂ ਆਪਣਾ ਪ੍ਰਚਾਰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ। ਕਿਧਰੇ ਪੰਜਾਬ ਨੇ ਨਹੀਂ ਜਾਣਾ, ਕਿਧਰੇ ਪੰਜਾਬੀ ਨੇ ਨਹੀਂ ਜਾਣਾ। ਜੇ ਅਸੀਂ ਇੱਕ ਅਹਿਦ ਕਰ ਲਾਂਗੇ ਇਹਨੂੰ ਬਚਾਉਣ ਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਨੂੰ ਤੇ ਪੰਜਾਬ ਨੂੰ ਕੀ ਖਤਰਾ ਹੈ। ਬਹੁਤ ਸੋਹਣੀ ਗੱਲ ਤੁਸੀਂ ਕਹੀ ਆ ਕਿ ਦੇਖੋ ਇੰਨਾ ਸਮਾਂ ਹੋ ਚੁੱਕਿਆ ਵਾ, ਹੁਣ ਹਨੇਰਾ ਵੀ ਹੋ ਚੁੱਕਿਆ ਵਾ, ਉਹਦੇ ਬਾਅਦ ਵੀ ਇੱਥੇ ਜਿਹੜੇ ਪੜ੍ਹਨ ਵਾਲੇ ਪਾਠਕ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਨਹੀਂ ਹੋਈ ਆ, ਉਹ ਵੱਧਦੀ ਜਾ ਰਹੀ ਆ ਬਲਕਿ। ਤੇ ਅੱਜ ਕੱਲ੍ਹ ਮੋਬਾਈਲ ਫੋਨ ਦੇ ਟਾਈਮ ਦੇ ਵਿੱਚ ਵੀ ਲੋਕੀ ਪੰਜਾਬ ਦੇ ਲੋਕੀ ਕਿਤਾਬਾਂ ਖਰੀਦਦੇ ਨੇ। ਬਿਲਕੁਲ ਬਿਲਕੁਲ। ਲੋਕ ਇੱਥੇ ਕੋਈ ਵੀ ਤੁਹਾਨੂੰ ਆਸੇ-ਪਾਸੇ ਨਹੀਂ ਦਿਖੂਗਾ ਜੋ ਫੋਨ ਦੇ ਵਿੱਚ ਰੁੱਝਿਆ ਹੋਇਆ ਹੈ। ਹਰ ਕਿਸੇ ਦਾ ਦਿਮਾਗ ਕੋਈ ਨਾ ਕੋਈ ਕਿਤਾਬ ਲੱਭਣ 'ਚ ਬਿਜ਼ੀ ਹੈ। ਤਾਂ ਮਤਲਬ ਬਹੁਤ ਸੋਹਣਾ ਮਾਹੌਲ ਹੈ। ਮੋਬਾਈਲਾਂ ਤੋਂ ਲੋਕ ਹਟ ਕੇ ਕਿਤਾਬਾਂ ਲੱਭ ਰਹੇ ਨੇ, ਖੋਜ ਰਹੇ ਨੇ, ਪੜ੍ਹ ਰਹੇ ਨੇ। ਤਾਂ ਇਹ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।